ਨਮਸਕਾਰ, ਸਤਿ ਸ੍ਰੀ ਅਕਾਲ। ਟਵਾਈਸ ਅ ਮੰਥ ਮਿਲਦੇ ਆ ਇਨਫੋਰਮੇਸ਼ਨ ਟੀਵੀ ਚੈਨਲ ਫਿਲਾਡੈਲਫੀਆ ਦੇ ਵਿੱਚ। ਤੇ ਅੱਜ ਦਾ ਸਬਜੈਕਟ ਸੀ ਕਿ ਇਨਫਲੇਸ਼ਨ ਤੇ ਉਹਦਾ ਕੀ ਇਫੈਕਟ ਹੈ ਬਿਜ਼ਨਸ ਤੇ ਕਮਿਊਨਿਟੀ ਤੇ ਕੀ ਅਸਰ ਹੋ ਰਿਹਾ। ਉਹਦੇ ਬਾਰੇ ਗੱਲਾਂ ਕਰਾਂਗੇ ਪ੍ਰੋਫੈਸਰ ਰਵੀ ਦੇ ਨਾਲ ਤੇ ਜਿਮ ਬੋਲਾ ਭਾਜੀ ਦੇ ਨਾਲ ਤੇ ਪ੍ਰੋਫੈਸਰ ਗੁਰਚਰਨ ਸਿੰਘ ਦੇ ਨਾਲ। ਤੇ ਉਹਦੇ ਵਾਸਤੇ ਹੀ ਪਹਿਲਾਂ ਇੱਕ ਮੈਂ ਸਲਾਈਡ ਸ਼ੇਅਰ 2 ਮਿੰਟ ਦੀ ਕਰਦੇ ਹਾਂ। ਹਾਂਜੀ, ਇਹ ਹੈਗਾ ਕਿ ਇਨਫਲੇਸ਼ਨ ਹੁੰਦੀ ਕੀ ਹੈ। ਸੋ ਇਨਫਲੇਸ਼ਨ ਹੁੰਦੀ ਆ ਵੀ ਪ੍ਰਾਈਸ ਵੱਧ ਜਾਣੇ, ਪਰਚੇਜ਼ਿੰਗ ਪਾਵਰ ਘਟ ਜਾਣੀ। ਮਤਲਬ ਕਿ ਡਾਲਰ, ਜਿਹੜੀ ਚੀਜ਼ ਡਾਲਰ ਦੀ ਲੈਂਦੇ ਸੀ ਉਹੀ ਸੇਮ ਚੀਜ਼ ਲਗਭਗ $2 ਦੀ ਆ ਜਾਵੇ, ਜਸਟ ਫॉर ਐਗਜ਼ਾਮਪਲ। ਸੋ ਸਮ ਡਿਟੇਲਸ ਹੈ। ਜਿਹੜੀ 1970 ਦੇ ਵਿੱਚ ਕੱਪ ਆਫ ਟੀ ਕਾਫੀ ਦਾ ਆਉਂਦਾ ਸੀ 25 ਸੈਂਟ ਦਾ, ਹੁਣ $2 ਦਾ ਹੋ ਗਿਆ। ਤੇ ਕਿੰਨੀ ਤੇਜ਼ੀ ਨਾਲ ਪ੍ਰਾਈਸ ਵਧਿਆ, ਇਹੀ ਇਨਫਲੇਸ਼ਨ ਹੈ ਜਿਹੜੀ ਕਿ ਅੱਜ ਕੱਲ੍ਹ US ਦੇ ਵਿੱਚ 8-9% ਤੇ ਜਾ ਰਹੀ ਹੈ। ਤੇ ਇੱਕ ਹੋਰ ਐਗਜ਼ਾਮਪਲ ਹੈ ਕਿ ਜਿਹੜੀ ਚੀਜ਼ ਪਹਿਲਾਂ 100 ਦੀ ਆਉਂਦੀ ਸੀ ਹੁਣ 150 ਦੀ ਹੋ ਗਈ। ਬਲੂਨ 5 ਦਾ ਸੀ 10 ਦਾ ਹੋ ਗਿਆ। ਸੋ ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਪ੍ਰੋਫੈਸਰ ਰਵੀ ਦੇ ਨਾਲ ਤੇ ਜਿਮ ਭਾਜੀ ਦੇ ਨਾਲ। ਸਟਾਰਟਿੰਗ ਵਿਦ ਜਿਮ ਭਾਜੀ, ਤੁਸੀਂ ਦੱਸੋ ਪਹਿਲਾਂ, ਉਸ ਤੋਂ ਬਾਅਦ ਫਿਰ ਪ੍ਰੋਫੈਸਰ ਰਵੀ ਨਾਲ ਕਰਦੇ ਹਾਂ ਗੱਲ। ਹਾਂਜੀ ਸਰ। ਮੈਂ ਇਹ ਅੱਜ ਦਾ ਜਿਹੜਾ ਟਾਪਿਕ ਅਸੀਂ ਪਿਕ ਕੀਤਾ, ਜਿਵੇਂ ਕਿ ਉਹ ਹੈਗਾ ਕਿ ਵੱਧਦੀ ਹੋਈ ਮਹਿੰਗਾਈ, ਜਿਹੜੀ ਕਿ ਇੱਥੇ ਨਾ ਅਮਰੀਕਾ ਦੇ ਵਿੱਚ ਫਸਟ ਟਾਈਮ ਐਵਰ, ਕਿਉਂਕਿ ਅਸੀਂ ਇੱਥੇ ਬਹੁਤ ਟਾਈਮ ਤੋਂ ਰਹਿ ਰਹੇ ਹੈਗੇ ਆ, ਇਸ ਤਰ੍ਹਾਂ ਕਦੀ ਪਹਿਲਾਂ ਨਹੀਂ ਹੋਈ ਕਿ ਮਹਿੰਗਾਈ ਦੇ ਨਾਲ ਨਾਲ ਬਹੁਤ ਸਾਰੀਆਂ ਲੋਕ ਆਪਣੀਆਂ ਜੌਬਸ ਵੀ ਲੂਜ਼ ਕਰ ਰਹੇ ਹੈਗੇ ਆ। ਜਿਹੜੀ ਮਤਲਬ ਕਿ ਸਾਡੀ ਮਤਲਬ ਕਿ ਇਨਕਮ ਹੈਗੀ ਆ ਉਹ ਇਸ ਕਾਈਂਡ ਆਫ ਉਹੀ ਹੈਗੀ ਆ, ਤੇ ਮਹਿੰਗਾਈ ਦੁੱਗਣੀ ਤੋਂ ਬਜਾਏ ਤਿੱਗਣੀ ਹੋ ਗਈ ਹੈਗੀ ਆ। ਤੇ ਰਵੀ ਭਾਜੀ ਦੱਸਣਗੇ ਸਾਨੂੰ ਕਿ ਕਿਵੇਂ, ਹਨਾ, ਕਿਉਂਕਿ ਹੀ ਇਜ਼ ਅ ਪ੍ਰੋਫੈਸਰ, ਉਸ ਹਿਸਾਬ ਦੇ ਨਾਲ ਸਾਨੂੰ ਐਜੂਕੇਟ ਕਰਨਗੇ ਕਿ ਇਸ ਚੀਜ਼ ਦੇ ਵਿੱਚੋਂ ਮਹਿੰਗਾਈ ਜਿਹਨੂੰ ਅਸੀਂ ਇਹਨੂੰ ਕਿੱਦਾਂ ਫਾਈਟ ਕਰਨਾ, ਅਸੀਂ ਕਿਵੇਂ ਇਹਦੇ ਨਾਲ ਫੇਸ ਕਰਨਾ ਆ। ਇਹ ਸਾਨੂੰ ਆਪਣੇ ਹਿਸਾਬ ਦੇ ਨਾਲ ਸਾਨੂੰ ਸਮਝਾਉਣਗੇ, ਠੀਕ ਹੈ ਨਹੀਂ, ਤਾਂ ਜੋ ਕਿ ਅਸੀਂ ਇਸ ਦੌਰ ਦੇ ਵਿੱਚੋਂ ਉਹ ਸ਼ਾਂਤੀ ਪੀਸ ਦੇ ਨਾਲ, ਹੋ ਸਕਦਾ ਲਿਮਿਟਡ ਟਾਈਮ ਇਹ ਜਿਹੜਾ ਸਾਡੇ ਤੇ ਪਿਆ ਹੈਗਾ ਨਾ, ਬਹੁਤ ਸਾਰੇ ਦੇ ਬਿਜ਼ਨਸ ਬੰਦ ਹੋ ਗਏ ਨੇ, ਤਰ੍ਹਾਂ ਦੇ, I don't want to repeat everything. ਤੇ everybody's in big problem right now. Prices are double, triple, income is down. ਇਹਦੇ ਥਰੂ ਅਸੀਂ ਕਿੱਦਾਂ ਮਤਲਬ ਕਿ ਮੈਨੇਜ ਕਰਨਾ ਹੈਗਾ, ਰਵੀ ਭਾਜੀ is going to talk about it today. ਠੀਕ ਹੈ ਜੀ। ਹਾਂਜੀ ਰਵੀ ਭਾਜੀ, ਕਰੋ ਸ਼ੁਰੂ ਪ੍ਰੋਫੈਸਰ ਰਵੀ, ਸਟਾਰਟਿੰਗ ਵਿਦ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਜਦੋਂ ਆਪਾਂ ਮਤਲਬ ਸਿੱਧਾ ਪੁਆਇੰਟ ਦੇ ਉੱਤੇ ਆਉਂਦੇ ਹਾਂ, ਇਨਫਲੇਸ਼ਨ ਦੀ ਗੱਲ ਕਰਦੇ ਹਾਂ। ਬੇਸਿਕਲੀ ਇਨਫਲੇਸ਼ਨ ਕੀ ਆ? ਇੱਕ ਕਾਮਨ ਮੈਨ ਦੇ ਲਈ ਇਨਫਲੇਸ਼ਨ ਮੀਨਸ ਆ ਪ੍ਰਾਈਸਿਸ ਰਾਈਜ਼ ਕਰ ਰਹੀਆਂ ਨੇ, ਕਿ ਕੀਮਤਾਂ ਵਧ ਰਹੀਆਂ ਨੇ। ਤੇ ਜੇ ਇਹਨੂੰ ਹੋਰ ਆਪਾਂ ਇੱਕ ਵਧੀਆ ਐਗਜ਼ਾਮਪਲ ਦੇ ਨਾਲ ਸਮਝਾਉਣਾ ਹੋਵੇ ਤਾਂ ਕਹਿ ਲਓ ਕਿ ਚਾਹੀਦਾ, ਅਸੀਂ ਜਦੋਂ ਇੱਕ ਬੈਗ ਦੇ ਵਿੱਚ ਪੈਸੇ ਪਾ ਕੇ ਜਾਂਦੇ ਹਾਂ ਮਾਰਕੀਟ ਦੇ ਵਿੱਚ, ਤੇ ਜੇਬ ਦੇ ਵਿੱਚ ਪਾ ਕੇ ਚੀਜ਼ਾਂ ਲੈ ਕੇ ਆਉਂਦੇ ਹਾਂ। ਹੋਣਾ ਕੀ ਚਾਹੀਦਾ ਸੀਗਾ ਕਿ ਪਾਕਟ ਦੇ ਵਿੱਚ ਮਨੀ ਲੈ ਕੇ ਜਾਓ ਔਰ ਬੈਗ ਦੇ ਵਿੱਚ ਜਾਂ ਥੈਲੇ ਦੇ ਵਿੱਚ ਭਰ ਕੇ ਸਮਾਨ ਲੈ ਕੇ ਆਓ। ਪਰ ਜਦੋਂ ਉਲਟ ਹੋ ਜਾਂਦਾ ਕਿ ਤੁਸੀਂ ਬੈਗ ਲੈ ਕੇ ਆਉਂਦੇ ਹੋ ਪੈਸਿਆਂ ਦਾ ਤੇ ਪਾਕਟ ਦੇ ਵਿੱਚ ਪਾ ਕੇ ਚੀਜ਼ਾਂ ਲੈ ਕੇ ਆਉਂਦੇ ਹਾਂ, ਅਸੀਂ ਉਹਨੂੰ ਕਹਿ ਦਿੰਦੇ ਹਾਂ ਇਨਫਲੇਸ਼ਨ। ਠੀਕ ਹੈ ਜੀ, ਕਿ ਮਹਿੰਗਾਈ ਵੱਧ ਰਹੀ ਆ, ਜਾਂ ਤੁਹਾਡੀ ਪਰਚੇਜ਼ਿੰਗ ਪਾਵਰ ਜਾਂ ਮਨੀ ਦੀ ਜਿਹੜੀ ਵੈਲਿਊ ਆ, ਜਾਂ ਤੁਹਾਡੀ ਰੀਅਲ ਇਨਕਮ ਜਿਹੜੀ ਆ ਉਹ ਘਟ ਰਹੀ ਆ। ਹੁਣ ਰੀਅਲ ਇਨਕਮ ਤੇ ਮੋਨਟਰੀ ਇਨਕਮ ਬਹੁਤ ਜ਼ਿਆਦਾ ਸਿੰਪਲ, ਕਿਉਂਕਿ ਆਪਾਂ ਇਕਨੋਮਿਕਸ ਦਾ ਲੈਕਚਰ ਨਹੀਂ ਕਰ ਰਹੇ ਹੈਗੇ, ਤੇ ਬਹੁਤ ਸਿੰਪਲ ਤੇ ਇੰਟਰਸਟਿੰਗ ਦੇ ਲਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਰੀਅਲ ਮਨੀ ਤੇ ਮੋਨਟਰੀ ਜਿਹੜੀ ਇਨਕਮ ਹੁੰਦੀ, ਉਹ 'ਚ ਫਰਕ ਕੀ ਹੁੰਦਾ। ਮੇਰੇ ਕੋਲੇ 1000 ਰੁਪੀਜ਼ ਹੈਗੇ ਨੇ, ਮਾਰਕੀਟ ਦੇ ਵਿੱਚ ਇੱਕ ਚੀਜ਼ ਜਿਹੜੀ ਉਹ 10 ਰੁਪੀਜ਼ ਦੀ ਆ। ਇਹਦਾ ਮਤਲਬ ਮੇਰੀ ਮਨੀ ਦੀ ਪਰਚੇਜ਼ਿੰਗ ਪਾਵਰ ਕੀ ਆ 100, ਕਿ ਮੈਂ 1000 ਰੁਪਏ 'ਚ 100 ਚੀਜ਼ਾਂ ਲੈ ਸਕਦਾ। ਮੰਨ ਲਓ ਕਿ ਗਵਰਨਮੈਂਟ ਨੇ ਮੇਰੀ ਸੈਲਰੀ ਵਧਾ ਦਿੱਤੀ, ਅੰਪਲਾਇਰ ਨੇ ਮੇਰੀ ਸੈਲਰੀ ਜਿਹੜੀ ਆ ਉਹ ਕਰ ਦਿੱਤੀ 2000, ਔਰ ਮੈਂ ਬੜਾ ਖੁਸ਼ ਹਾਂ ਕਿ ਮੇਰੀ ਜਿਹੜੀ ਸੈਲਰੀ ਆ ਉਹ ਇਨਕਰੀਜ਼ ਹੋ ਗਈ, ਡਬਲ ਹੋ ਗਈ। ਪਰ ਜਿਹੜੀ ਚੀਜ਼ 10 ਰੁਪਏ ਦੀ ਮਿਲਦੀ ਸੀ ਉਹ 50 ਰੁਪੀਜ਼ ਦੀ ਹੋ ਗਈ। ਹੁਣ ਦੇਖੋ ਜੀ ਕਿ ਜਿਹੜੀ ਪਹਿਲਾਂ 10 ਰੁਪਏ ਦੀ ਸੀਗੀ, 1000 ਦੇ ਵਿੱਚ ਮੈਂ 100 ਲੈ ਲੈਂਦਾ ਸੀਗਾ, ਇਨਕਮ ਹੋ ਗਈ 2000, ਉਧਰੋਂ ਉਹ ਚੀਜ਼ ਦੀ ਕੀਮਤ ਵੱਧ ਕੇ ਹੋ ਗਈ 50 ਰੁਪਏ। ਹੁਣ ਮੈਂ ਉਹ ਕਿੰਨੀਆਂ ਲੈ ਸਕਦਾ ਦੇਖੋ ਤਾਂ ਤੁਸੀਂ, 40। ਕਿ ਮੋਨਟਰੀ ਇਨਕਮ ਤਾਂ ਮੇਰੀ ਡਬਲ ਹੋ ਗਈ, ਦੇਖਣ ਨੂੰ ਮੇਰੀ ਜੇਬ ਦੇ ਵਿੱਚ ਪੈਸਾ ਜਿਹੜਾ ਉਹ ਡਬਲ ਹੋ ਗਿਆ, ਪਰ ਪੈਸੇ ਦੀ ਜਿਹੜੀ ਵੈਲਿਊ ਆ
ਉਹ ਪਹਿਲਾਂ ਨਾਲੋਂ ਵੀ ਘਟ ਗਈ। ਹੋ ਅੱਜ ਕੱਲ੍ਹ ਸਾਡੇ ਨਾਲ ਸਾਰਿਆਂ ਨਾਲ ਇਹੀ ਰਿਹਾ। ਇਹ ਇੱਕ ਇਸ ਤਰ੍ਹਾਂ ਦੀ ਥਿਊਰੀ ਆ ਕਿ ਬੰਦੇ ਵੀ ਸਾਨੂੰ ਇੰਨੇ ਕੁ ਸਰਕਾਰਾਂ ਜਾਂ EMPLOYERS ਭੋਲੇ ਮੰਨਦੇ ਨੇ ਵੀ ਇਹਨਾਂ ਦੀ ਇੱਕ ਜੇਬ 'ਚ ਪੈਸੇ ਪਾ ਲਓ ਤੇ ਦੂਜੇ ਹੱਥ ਨਾਲ ਜੇਬ 'ਚੋਂ ਪੈਸੇ ਕੱਢ ਲਓ, ਤੇ ਇਹ ਇਸੇ ਵਹਿਮ ਦੇ ਵਿੱਚ ਜਾਂ ਇਸੇ ਖੁਸ਼ੀ ਦੇ ਵਿੱਚ ਹੀ ਘੁੰਮਦੇ ਰਹਿਣਗੇ ਕਿ ਮੇਰੀ ਜੇਬ ਭਰੀ ਹੋਈ ਆ ਪੈਸਿਆਂ ਦੀ। ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਦੂਜੇ ਤਰੀਕੇ ਦੇ ਨਾਲ ਦੂਜਾ ਹੱਥ ਪਾ ਕੇ ਉਹਨਾਂ ਨੇ ਸਾਡੀ ਜੇਬ ਦੇ ਵਿੱਚੋਂ ਪੈਸੇ ਕੱਢ ਲਏ। ਇਨਫਲੇਸ਼ਨ ਦੇ ਵਿੱਚ ਇਹੀ ਹੋ ਰਿਹਾ ਸਾਡੇ ਨਾਲ। ਤੇ ਜਿਮ ਭਾਜੀ ਮਾੜਾ ਜਿਹਾ ਰਿਸਪੌਂਸ ਕਰਦੇ ਰਹੋ ਕਿ ਐਗਰੀ ਕਰਦੇ ਹੋ ਮੇਰੀ ਗੱਲ ਨਾਲ ਕਿ ਏਦਾਂ ਹੋ ਰਿਹਾ ਜਾਂ ਨਹੀਂ 100% ਹੋ ਰਿਹਾ? ਭਾਜੀ, ਯੈਸ, ਵੀ ਆਰ ਜਸਟ ਲਿਸਨਿੰਗ, ਅਸੀਂ ਲਿਸਨ ਕਰ ਰਹੇ ਨੇ ਭਾਜੀ। ਹਾਂ, ਇੰਡੀਆ ਦੇ ਵਿੱਚ ਬਿਲਕੁਲ ਅਸੀਂ ਠੀਕ ਗੱਲ ਹੈ, ਰਾਈਟ। ਬਚਪਨ ਤੋਂ ਦੇਖ ਰਹੇ ਹਾਂ ਕਿ ਮੇਰੇ ਫਾਦਰ ਜਿਵੇਂ ਗੱਲ ਦੱਸਦੇ ਹੁੰਦੇ ਸੀ 100 ਰੁਪਏ 'ਚ ਜਿੰਨਾ ਵਧੀਆ ਗੁਜ਼ਾਰਾ ਹੁੰਦਾ ਸੀ, ਫਿਰ 20,000 'ਚ ਵੀ ਉਹਨਾਂ ਵਧੀਆ ਗੁਜ਼ਾਰਾ ਨਹੀਂ ਹੋ ਰਿਹਾ। ਅੱਛਾ, ਹੁਣ ਇੱਕ ਗੱਲ ਇਹ ਆ ਕਿ ਫਿਰ ਇਹ ਸਰਕਲ ਜਿਹੜਾ ਹੈ ਕਿਵੇਂ ਚੱਲਦਾ, ਕਿਵੇਂ ਘੁੰਮਦਾ, ਜਾਂ ਥਿਊਰੀ ਕੀ ਆ ਕਿ ਇਸ ਤਰ੍ਹਾਂ ਕਿਉਂ ਹੁੰਦਾ ਤੇ ਕਿਵੇਂ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ? ਜਿਹੜਾ ਬੇਸਿਕ ਰੂਲ ਹੈਗਾ ਉਹ ਹੈਗਾ ਕਿ ਉਨੀ ਕੀ ਲਿਕੁਇਡ ਫਾਰਮ ਦੇ ਵਿੱਚ ਜਾਂ ਮਨੀ ਲੋਕਾਂ ਦੇ ਹੈਂਡ ਵਿੱਚ ਹੋਣੀ ਚਾਹੀਦੀ ਆ ਜਿੰਨੀ ਕਿ ਤੁਹਾਡੀ ਪ੍ਰੋਡਕਸ਼ਨ ਆ। ਮੈਂ ਵੀ ਇਹ ਵੀ ਇੱਕ ਚੀਜ਼ ਐਗਜ਼ਾਮਪਲ ਨਾਲ ਸਮਝਾਉਣਾ। ਮੰਨ ਲਓ ਮਾਰਕੀਟ ਦੇ ਵਿੱਚ 100 ਐਪਲਸ ਵਿਕਣ ਲਈ ਆ ਗਏ ਤੇ ਮਾਰਕੀਟ ਦੇ ਵਿੱਚ 100 ਰੁਪਈਆ ਹੀ ਸਰਕੂਲੇਸ਼ਨ ਦੇ ਵਿੱਚ ਆ। ਇਹਦਾ ਮਤਲਬ ਉਹਨਾਂ ਦੀ ਐਕਸਚੇਂਜ ਰੇਟ ਕੀ ਹੋ ਗਿਆ? ਇੱਕ ਸੇਬ 1 ਰੁਪਏ ਦਾ ਹੋ ਗਿਆ। ਮੰਨ ਲਓ ਤੁਹਾਡੀ ਪ੍ਰੋਡਕਸ਼ਨ ਨਹੀਂ ਵਧੀ, ਪਰ ਤੁਸੀਂ ਪੈਸੇ ਦੀ ਜਿਹੜੀ ਸਰਕੂਲੇਸ਼ਨ ਨਵੇਂ ਨੋਟ ਛਪਾ ਕੇ ਬੰਦਿਆਂ ਨੂੰ ਦੇ ਦਿੱਤੇ $200। ਹੁਣ ਐਕਸਚੇਂਜ ਰੇਟ ਕੀ ਹੋ ਗਿਆ ਕਿ ਇੱਕ ਸੇਬ ਦੇ ਮਗਰ ਮਾਰਕੀਟ ਦੇ ਵਿੱਚ ਪੈਸਾ ਕਿੰਨਾ? ਤੁਹਾਡੀ ਪਾਕਟ 'ਚ $2। ਤੁਸੀਂ ਹੁਣ $1 ਵਾਲੀ ਚੀਜ਼ $2 'ਚ ਖਰੀਦਣ ਨੂੰ ਤਿਆਰ ਹੋ। ਇਹ ਮਹਿੰਗਾਈ ਵੱਧ ਗਈ। ਹੋਣਾ ਕੀ ਚਾਹੀਦਾ ਸੀ ਕਿ ਜਿੰਨਾ ਤੁਹਾਡੀ GDP, GNP, NNP, ਉਹ ਬਹੁਤ ਟੈਕਨੀਕਲ ਟਰਮਸ ਨੇ, ਆਪਾਂ ਉਹ 'ਚ ਨਹੀਂ ਗੱਲ ਕਰਦੇ, ਕਿ ਜਿੰਨਾ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਣਾ ਚਾਹੀਦਾ ਸੀ ਓਨੀ ਹੀ ਮਨੀ ਸਰਕੂਲੇਸ਼ਨ ਦੇ ਵਿੱਚ ਵਧਣੀ ਚਾਹੀਦੀ ਸੀ, ਤਾਂ ਉਹਦੇ ਨਾਲ ਇੱਕ ਬੈਲੈਂਸ ਬਣਿਆ ਰਹਿੰਦਾ। ਪਰ ਪਿਛਲੇ ਸਮੇਂ ਦੇ ਵਿੱਚ ਸਾਰੀਆਂ ਸਰਕਾਰਾਂ ਨੇ ਮੋਨਟਰੀ ਪਾਲਿਸੀਜ਼ ਨੇ, ਫਿਸਕਲ ਪਾਲਿਸੀਜ਼ ਨੇ, ਤਾਂ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਡੈਫਿਸਿਟ ਫਾਈਨਾਂਸਿੰਗ ਹੋ ਗਈ। ਬਜਟ ਦਾ ਘਾਟਾ ਪੂਰਾ ਕਰਨ ਲਈ ਸਰਕਾਰਾਂ ਕੀ ਕਰ ਰਹੀਆਂ ਨੇ? ਕਰੰਸੀ ਨੋਟਸ ਜਿਹੜੇ ਸਰਕੂਲੇਸ਼ਨ ਦੇ ਵਿੱਚ ਵਧਾ ਰਹੀਆਂ ਨੇ। ਉਹ ਵੀ ਇੱਕ ਰੀਜ਼ਨ ਬਣ ਜਾਂਦਾ ਹੈਗਾ ਕਿ ਇਨਫਲੇਸ਼ਨ ਨੂੰ ਕ੍ਰੀਏਟ ਕਰਦਾ। ਮੇਰੀ ਆਵਾਜ਼ ਆ ਰਹੀ? ਕਿਉਂਕਿ ਨਾ ਨੈਟਵਰਕ ਥੋੜਾ ਜਿਹਾ ਹੋ ਰਿਹਾ। ਹਾਂਜੀ, ਨਹੀਂ ਬਿਲਕੁਲ ਹਾਂਜੀ, ਸਹੀ ਆ ਹੈ। ਰਹੀ ਹੈ। ਓਕੇ, ਫਿਰ ਠੀਕ ਹੈ, ਵਧੀਆ। ਕਿਉਂਕਿ ਮੈਨੂੰ ਥੋੜਾ ਡਾਊਟ ਰਹਿੰਦਾ। ਜੇ ਹਾਂਜੀ। ਇਨ ਕੇਸ ਮੇਰੀ ਆਵਾਜ਼ ਕਿਤੇ ਹੋਈ ਤਾਂ ਮੈਨੂੰ ਪਲੀਜ਼ ਦੱਸ ਦਿਓ, ਹਨਾ। ਤਾਂ ਹੁਣ ਇਹ ਕੀ ਹੈਗਾ ਕਿ ਇਹ ਵੀ ਇੱਕ ਰੀਜ਼ਨ ਹੋ ਗਿਆ। ਤੇ ਇਨਫਲੇਸ਼ਨ ਦੇ ਕਾਰਨ ਕੀ ਹੁੰਦੇ ਨੇ? ਇਨਫਲੇਸ਼ਨ ਫੈਲਦਾ ਕਦੋਂ ਆ? ਇਹਦੀ ਸਿੰਪਲ ਜਿਹੜੀ ਹੈ ਕਿ ਜਦੋਂ ਡਿਮਾਂਡ ਐਂਡ ਸਪਲਾਈ ਜਿਹੜੀ ਆ ਉਹਦੀ ਚੇਨ ਦੇ ਵਿੱਚ ਟੁੱਟਦੀ ਆ, ਜਾਂ ਜਦੋਂ ਲਿਕੁਇਡ ਫਾਰਮ ਦੇ ਵਿੱਚ ਜਿਹੜਾ ਸਰਕੂਲੇਸ਼ਨ ਦੇ ਵਿੱਚ ਪੈਸਾ ਵੱਧਦਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਇਨਫਲੇਸ਼ਨ। ਹੁਣ ਜਿਹੜਾ ਸਾਡੇ ਕੋਲ ਕਰੰਟ ਸਿਨੈਰੀਓ ਹੈਗਾ ਵਰਲਡ ਦਾ, USA ਨੂੰ ਜੇ ਸਟੱਡੀ ਕਰਦੇ ਹਾਂ ਤਾਂ ਤੁਹਾਡਾ ਹੁਣ ਅਕਤੂਬਰ ਦੇ ਵਿੱਚ 7.7% ਜਿਹੜਾ ਸੀਗਾ ਉਹ ਇਨਕਰੀਜ਼ ਹੋ ਰਹੀਆਂ ਸੀ ਪ੍ਰਾਈਸਸ। ਬਟ ਜੇ ਤੁਸੀਂ ਇਹਨੂੰ ਜੁਲਾਈ ਦੇ ਨਾਲ ਕੰਪੇਅਰ ਕਰੋ, ਜੁਲਾਈ ਦੇ ਵਿੱਚ ਤੁਹਾਡੀਆਂ ਪ੍ਰਾਈਸਸ ਸੀਗੀਆਂ 8.6%। ਇਹ ਇੱਕ ਗੁੱਡ ਸਾਈਨ ਆ ਕਿ ਪ੍ਰਾਈਸਸ ਜਿਹੜੀਆਂ ਨੇ ਉਹ ਥੱਲੇ ਆ ਰਹੀਆਂ ਨੇ ਜਾਂ ਇਨਫਲੇਸ਼ਨ ਦਾ ਰੇਟ ਜਿਹੜਾ ਹੈਗਾ ਘਟ ਰਿਹਾ। ਬਟ ਇਟ ਮੀਨਸ ਨਾਟ ਕਿ ਵੀ 7.7 ਜੇ ਹੋ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ 2-3 ਮਹੀਨਿਆਂ 'ਚ 6 ਪੁਆਇੰਟ ਤੇ ਚਲਾ ਜਾਏਗਾ। ਜੇ ਇਹਨੂੰ ਆਪਾਂ ਸਟੱਡੀ ਕਰਦੇ ਹਾਂ, ਜਾਂ ਮੇਰੇ ਪਰਸਨਲ ਆਪਣਾ ਓਪੀਨੀਅਨ ਆ, ਮੈਂ ਗਲਤ ਵੀ ਹੋ ਸਕਦਾ, ਫਿਊਚਰ ਦੇ ਵਿੱਚ ਰੌਂਗ ਪ੍ਰੂਵ ਹੋ ਸਕਦਾ, ਇਹਦਾ ਇਫੈਕਟ ਮੈਨੂੰ ਲੱਗਦਾ ਕਿ USA 'ਚ ਮਿਨੀਮਮ 2 ਸਾਲ ਤੱਕ ਅਜੇ ਹੋਰ ਰਹੇਗਾ। 2 years ਤੱਕ। 2023 ਦੇ ਵਿੱਚ ਥੋੜਾ ਜਿਹਾ ਫਰਕ ਪੈਣਾ ਸ਼ੁਰੂ ਹੋ ਸਕਦਾ। ਬਟ ਇਹ ਜਿਹੜਾ ਮੈਂ ਤੁਹਾਨੂੰ ਰੇਟ ਆਫ ਇਨਫਲੇਸ਼ਨ ਦੱਸਿਆ, ਇਹ ਗਵਰਨਮੈਂਟ ਡਾਟਾ। ਪਰ ਜੇ ਤੁਸੀਂ ਇਹਦੇ 'ਚ ਮੇਰੇ ਆਪਣੇ ਪਰਸਨਲ ਵਿਊਜ਼ ਪੁੱਛੋਗੇ, ਸਪੋਜ਼ ਕਰੋ ਕਿ ਤੁਸੀਂ ਸਿਰਫ ਨੈਸੈਸਿਟੀਜ਼ ਦੇ ਉੱਪਰ ਖਰਚ ਕਰ ਰਹੇ ਹੋ, ਆਪਣੀਆਂ ਡੇਲੀ ਨੀਡਸ ਦੇ ਉੱਪਰ, ਤਾਂ ਤੁਹਾਡੇ ਲਈ ਇਨਫਲੇਸ਼ਨ ਜਿਹੜਾ ਹੈ ਉਹ 7.7% ਹੋਏਗਾ। ਇਹ ਵੀ ਪੂਰਾ ਡਾਟਾ ਐਗਜ਼ੈਕਟ ਨਹੀਂ ਹੁੰਦਾ ਕਿਉਂਕਿ ਰਿਟੇਲ ਪ੍ਰਾਈਸਸ ਹੁੰਦੀਆਂ ਨੇ, ਹੋਲਸੇਲ ਪ੍ਰਾਈਸਸ ਇੰਡੈਕਸ ਹੁੰਦੇ ਨੇ, ਟੈਕਨੀਕਲ ਚੀਜ਼ਾਂ ਹੁੰਦੀਆਂ ਨੇ। ਜਦੋਂ ਅਸੀਂ ਡਾਟਾ ਸ਼ੋ ਕਰਨਾ ਹੁੰਦਾ ਗਵਰਨਮੈਂਟਸ ਨੇ, ਤਾਂ ਅਸੀਂ ਆਪਣੇ ਅਕੋਰਡਿੰਗ ਡਾਟਾ ਚੁੱਕਦੇ ਹਾਂ ਕਿ ਹੋਲਸੇਲ ਪ੍ਰਾਈਸ ਵਾਲੀ ਡਾਟਾ ਚੁੱਕਣਾ ਕਿ ਰਿਟੇਲ ਵਾਲਾ ਚੁੱਕਣਾ, ਵੀ ਜਿਹਦੇ ਵਿੱਚ ਅਸੀਂ ਘੱਟ ਤੋਂ ਘੱਟ ਸ਼ੋ ਕਰ ਸਕੀਏ। ਪਰ ਉਹਨੂੰ ਭੁੱਲ ਜਾਓ, ਜਿਹੜਾ 7.7% ਆ ਇਹ ਨੈਸੈਸਿਟੀਜ਼ ਵਾਲੇ ਨੂੰ ਪੈ ਰਿਹਾ। ਜੇਕਰ ਤੁਹਾਡੀ ਥੋੜੀ ਬਹੁਤ ਲਗਜ਼ਰੀਜ਼ ਦੇ ਉੱਪਰ ਖਰਚਾ ਹੈ, ਲਗਜ਼ਰੀ ਉੱਪਰ ਕਿੱਦਾਂ ਕਿ ਤੁਸੀਂ ਬਾਹਰ ਰੈਸਟੋਰੈਂਟਸ ਖਾਣਾ ਖਾਣ ਜਾਂਦੇ ਹੋ, ਬੱਚੇ ਮਹਿੰਗੇ ਸਕੂਲਾਂ 'ਚ ਪੜ੍ਹ ਰਹੇ ਨੇ, ਜਾਂ ਤੁਸੀਂ 에ਅਰ ਟਿਕਟਸ ਲੈ ਰਹੇ ਹੋ, ਤੁਸੀਂ ਕਾਰ ਪਰਚੇਜ਼ ਕਰ ਰਹੇ ਹੋ, ਤਾਂ ਤੁਹਾਡੇ ਲਈ ਇਨਫਲੇਸ਼ਨ ਜਿਹੜਾ 10% ਤੋਂ ਜ਼ਿਆਦਾ 7.7 ਜਾਂ 8% ਦੇ ਕਰੀਬ ਜਿਹੜਾ ਹੈ ਉਹ ਆਮ ਬੰਦੇ ਲਈ ਆ। ਜੇ ਥੋੜੇ ਬਹੁਤ ਵੀ ਤੁਹਾਡੇ ਖਰਚੇ ਜਿਹੜੇ ਲਗਜ਼ਰੀ ਆਈਟਮਸ, ਕਿਉਂਕਿ 3 ਕੈਟੇਗਰੀ 'ਚ ਚੀਜ਼ਾਂ ਬਣਦੇ ਨੇ, ਨੈਸੈਸਿਟੀਜ਼, ਕੰਫਰਟਸ ਐਂਡ ਲਗਜ਼ਰੀਜ਼, ਤੇ ਜੇਕਰ ਕੰਫਰਟਸ ਐਂਡ ਲਗਜ਼ਰੀ ਉੱਪਰ ਤੁਸੀਂ ਖਰਚ ਕਰ ਰਹੇ ਹੋ ਤਾਂ ਤੁਸੀਂ ਇਨਫਲੇਸ਼ਨ ਜਿਹੜਾ ਫੇਸ ਕਰ ਰਹੇ ਹੋ ਮੋਰ ਦੈਨ 10% ਫੇਸ ਕਰ ਰਹੇ ਹੋ। ਤਾਂ ਹੁਣ ਰੀਸੈਂਟ ਟਾਈਮ ਦੇ ਵਿੱਚ ਇਹਦੇ ਰੀਜ਼ਨ ਕੀ ਸੀ? ਇੱਕ ਤਾਂ ਇਹ ਹੋਇਆ ਕਿ COVID-19 ਦੇ ਦੌਰਾਨ ਕੁਝ ਸਰਕਾਰਾਂ ਨੇ ਪੈਸਾ ਬਹੁਤ ਵੰਡ ਦਿੱਤਾ ਲੋਕਾਂ ਨੂੰ ਘਰੇ ਬੈਠਿਆਂ ਨੂੰ,
ਔਰ ਜੀ। ਪਹਿਲੀ ਗੱਲ ਜਿਹੜੀ ਮੈਂ ਕਹੀ ਸੀ ਕਿ ਜਿੰਨੀ ਪ੍ਰੋਡਕਸ਼ਨ ਵਧਣੀ ਚਾਹੀਦੀ ਸੀ ਓਨਾ ਹੀ ਪੈਸਾ ਲੋਕਾਂ ਦੀ ਜੇਬ 'ਚ ਆਉਣਾ ਚਾਹੀਦਾ ਸੀ। ਪੈਸਾ ਆ ਗਿਆ, ਪ੍ਰੋਡਕਸ਼ਨ ਜਿਹੜੀ ਆ ਅਫੈਕਟਡ ਹੋ ਗਈ, ਤਾਂ ਉਹ ਜਿਹੜੀ ਤੁਹਾਡੇ ਕੋਲੇ ਮਨੀ ਆ ਗਈ, ਉਹ ਮਨੀ ਦੇ ਨਾਲ ਤੁਸੀਂ ਜਿਹੜਾ ਹੈਗਾ ਵੱਧ ਪੈਸਿਆਂ ਦੇ ਉੱਪਰ ਵੀ ਚੀਜ਼ਾਂ ਨੂੰ ਖਰੀਦਣ ਲਈ ਤਿਆਰ ਹੋ ਗਏ, ਤਾਂ ਉਹਦੇ ਨਾਲ ਇਨਫਲੇਸ਼ਨ ਹੋ ਗਿਆ, ਵੱਧ ਗਿਆ। ਬਹੁਤ ਜਨਰਲ ਸਿੰਪਲ ਗੱਲ ਦੇ ਵਿੱਚ ਆ, ਮੈਂ ਐਜ਼ ਐਨ ਇਕੋਨੋਮਿਸਟ ਨਹੀਂ ਗੱਲ ਕਰ ਰਿਹਾ, ਕਿਉਂਕਿ ਉਹਦੇ ਵਿੱਚ ਸਾਨੂੰ ਹਰ ਚੀਜ਼ ਪ੍ਰੂਵ ਕਰਨੀ ਪੈਂਦੀ ਆ। ਇਹ ਜਨਰਲ ਜਿਹੜਾ ਆਪਾਂ ਫੇਸ ਕਰ ਰਹੇ ਆ ਆਪਾਂ ਆਮ ਲੋਕ। ਸੈਕੰਡ ਜਿਹੜਾ ਹੋਇਆ ਕਿ ਯੂਕਰੇਨ ਦੀ ਵਾਰ ਦਾ ਵੀ ਇਫੈਕਟ ਪਿਆ ਹੈਗਾ, ਲਿਕੁਇਡ ਫਾਰਮ ਦੇ ਵਿੱਚ ਪੈਸਾ ਲੋਕਾਂ ਕੋਲ ਜ਼ਿਆਦਾ ਆ ਗਿਆ, ਵਾਰ ਟਾਈਮ ਚੱਲ ਪਿਆ, ਉਹਦੇ ਨਾਲ ਪ੍ਰਾਈਸਸ ਜਿਹੜੀਆਂ ਉਹਨਾਂ ਤੇ ਇਫੈਕਟ ਪਿਆ ਹੈਗਾ। ਔਰ ਇਹ ਜਿਹੜੇ ਕਾਰਨ ਹੋਏ ਨੇ, ਉਹਨਾਂ ਦੇ ਕਾਰਨ ਇਨਫਲੇਸ਼ਨ ਜਿਹੜਾ ਅਸੀਂ ਹੁਣ ਫੇਸ ਕਰ ਰਹੇ ਹੈਗੇ ਆ। ਕੁਝ ਐਕਸਪੈਂਸ਼ਨਰੀ ਪਾਲਿਸੀਜ਼ ਗਵਰਨਮੈਂਟ ਨੇ ਅਡਾਪਟ ਕੀਤੀਆਂ, ਕੁਝ ਡੈਫਿਸਿਟ ਫਾਈਨੈਂਸਿੰਗ ਨੇ ਅਡਾਪਟ ਕੀਤੀਆਂ। ਜਿੱਦਾਂ ਹੁਣ ਮੈਂ ਅਕਸਰ ਕਈ ਵਾਰੀ ਪੁੱਛਦਾ ਹੁੰਦਾ ਕਈਆਂ ਨੂੰ ਕਿ ਸਰਕਾਰ ਚਾਹਵੇ ਤਾਂ ਸਾਰਿਆਂ ਨੂੰ ਅਮੀਰ ਨਹੀਂ ਕਰ ਸਕਦੀ। ਉਹ ਕਹਿੰਦੇ ਕਿਵੇਂ? ਮੈਂ ਕਿਹਾ ਸਰਕਾਰ ਦੇ ਕੋਲ ਪੈਸੇ ਛਪਾਉਣ ਦੀ ਪਾਵਰ ਆ, ਤਾਂ ਜਿੰਨੇ ਮਰਜ਼ੀ ਨੋਟ ਛਪਾ ਕੇ ਤੇ ਲੋਕਾਂ ਨੂੰ ਵੰਡਦੇ, ਲੋਕ ਅਮੀਰ ਹੋ ਜਾਣਗੇ। ਪਰ ਇਹਦੇ ਨਾਲ ਕੀ ਹੁੰਦਾ ਕਿ ਜੇਕਰ ਆਪਾਂ ਪੈਸਾ ਸਰਕੂਲੇਸ਼ਨ 'ਚ ਲੈ ਕੇ ਆਉਂਦੇ ਆ ਤਾਂ ਲੋਕ ਅਮੀਰ ਨਹੀਂ ਹੁੰਦੇ, ਬਲਕਿ ਲੋਕਾਂ ਨੂੰ ਮਹਿੰਗਾਈ ਵੱਧ ਜਾਂਦੀ ਆ। ਉਹਦਾ ਕਾਰਨ ਉਹੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿੰਨੀ ਤੁਹਾਡੀ GDP ਜਾਂ ਪ੍ਰੋਡਕਸ਼ਨ 'ਚ ਵਾਧਾ ਹੋਣਾ ਚਾਹੀਦਾ, ਉਨੇ ਹੀ ਨਵੇਂ ਕਰੰਸੀ ਨੋਟ ਕੰਟਰੀ ਦੇ ਵਿੱਚ ਛਪਣੇ ਚਾਹੀਦੇ ਆ। ਪਰ ਪਿਛਲੇ ਸਮੇਂ 'ਚ ਕੀ ਹੋ ਰਿਹਾ, ਸਾਰੀਆਂ ਗਵਰਨਮੈਂਟਸ ਜਦੋਂ ਬਜਟ ਦੇ ਵਿੱਚ ਘਾਟਾ ਪੈਂਦਾ, ਉਹ ਘਾਟੇ ਨੂੰ ਪੂਰਾ ਕਰਨ ਲਈ ਨਵੇਂ ਨੋਟ ਛਪਾ ਲੈਂਦੀਆਂ ਨੇ, ਜਦੋਂ ਕਿ ਉਹਨਾਂ ਦੇ ਇਕੁਇਵਲੈਂਟ ਪ੍ਰੋਡਕਸ਼ਨ ਦੇ ਵਿੱਚ ਉਹਨਾਂ ਵਾਧਾ ਨਹੀਂ ਹੋਇਆ। ਤਾਂ ਜਦੋਂ ਉਹੀ ਸੇਬਾਂ ਵਾਲੀ ਐਗਜ਼ਾਮਪਲ, ਜੇ 100 ਸੇਬਾਂ ਦੇ ਪਿੱਛੇ $200 ਮਾਰਕੀਟ 'ਚ ਹੋਣਗੇ, ਫਿਰ $400 ਮਾਰਕੀਟ 'ਚ ਆਊਗਾ, ਤੇ $1 ਦਾ ਸੇਬ $4 ਦਾ ਹੋ ਜਾਏਗਾ, ਕਿਉਂਕਿ ਪ੍ਰੋਡਕਸ਼ਨ ਤਾਂ ਉਨੀ ਵਧੀ ਨਹੀਂ ਤੁਹਾਡੀ। ਠੀਕ ਹੈ। ਹੁਣ ਮੋਟੇ ਤੌਰ ਤੇ ਦੇਖੀਏ ਤਾਂ ਇਨਫਲੇਸ਼ਨ ਜਨਰਲੀ ਜਦੋਂ ਫੈਲਦੀ ਆ ਤਾਂ ਇਹਦੇ ਰੀਜ਼ਨ ਕਈ ਹੁੰਦੇ ਨੇ। ਪਹਿਲੇ ਨੰਬਰ ਤੇ ਹੁੰਦਾ ਕਈ ਵਾਰੀ ਪਾਪੂਲੇਸ਼ਨ ਦੀ ਗਰੋਥ ਹੋ ਜਾਂਦੀ ਆ, ਕਈ ਵਾਰੀ ਡਿਵੈਲਪਮੈਂਟ ਪ੍ਰੋਜੈਕਟਸ ਉੱਪਰ ਸਰਕਾਰਾਂ ਦਾ ਬਹੁਤ ਖਰਚ ਹੋ ਜਾਂਦਾ, ਕਈ ਵਾਰੀ ਕੀ ਹੁੰਦਾ ਕਿ ਤੁਸੀਂ ਕੋਈ ਚੀਜ਼ ਇੰਪੋਰਟ ਕਰ ਰਹੇ ਹੋ, ਉਹ ਇੰਪੋਰਟ ਵਾਲੀ ਚੀਜ਼ ਮਹਿੰਗੀ ਆ, ਤਾਂ ਜੇ ਦੂਜੇ ਦੇਸ਼ ਦੇ ਵਿੱਚ ਇਨਫਲੇਸ਼ਨ ਫੈਲਿਆ, ਜੇ ਇੰਡੀਆ ਤੋਂ ਚੀਜ਼ ਜਾ ਰਹੀ ਹੈ, ਜੇ ਇੰਡੀਆ 'ਚੋਂ ਮਹਿੰਗੀ ਜਾ ਰਹੀ ਹੈ, ਤਾਂ ਉਹਨੇ ਤੁਹਾਡੇ ਦੇਸ਼ 'ਚ ਆ ਕੇ ਮਹਿੰਗਾਈ ਵਧਾ ਦੇਣੀ ਆ। ਕਈ ਵਾਰ ਕੀ ਹੁੰਦਾ ਕਿ ਕੰਟਰੀ ਆਪਣੀਆਂ ਚੀਜ਼ਾਂ ਐਕਸਪੋਰਟ ਕਰ ਰਹੀ ਆ, ਉਹਦੇ ਨਾਲ ਉਹਦੀ ਮਾਰਕੀਟ ਦੇ ਵਿੱਚ ਸ਼ਾਰਟੇਜ ਆ ਜਾਂਦੀ ਆ, ਉਹਦੀ ਮਾਰਕੀਟ ਦੇ ਵਿੱਚੋਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ। ਜਾਂ ਕਈ ਵਾਰ ਬੈਂਕਸ ਜਿਹੜੇ ਨੇ ਲੋਨ ਇੰਨੇ ਦੇ ਦਿੰਦੀਆਂ ਨੇ, ਕ੍ਰੈਡਿਟ ਕ੍ਰੀਏਟ ਕਰ ਦਿੰਦੀਆਂ ਨੇ ਕਿ ਮੰਨ ਲਓ ਲੋਨ ਦਾ ਉਹਨਾਂ ਨੇ ਰੇਟ ਘਟਾ ਦਿੱਤਾ ਇੰਟਰਸਟ ਦਾ, ਤੇ ਲੋਕ ਬੜੀ ਜਲਦੀ ਲੋਨ ਲੈ ਲੈਂਦੇ ਆ। ਲੋਨ ਦਾ ਮਤਲਬ ਕਿ ਤੁਹਾਡੀ ਜੇਬ 'ਚ ਪੈਸਾ ਆ ਗਿਆ, ਜਦੋਂ ਜੇਬ 'ਚ ਪੈਸਾ ਆ ਗਿਆ ਤੁਸੀਂ ਖਰਚਣ ਨੂੰ ਤਿਆਰ ਹੋ, ਖਰਚਣ ਨੂੰ ਤਿਆਰ ਹੋ, ਤਾਂ ਉਹ ਕੀ ਚੀਜ਼ ਹੈਗੀ ਆ, ਤੁਹਾਡੀ ਮਹਿੰਗਾਈ ਜਿਹੜੀ ਹੈਗੀ ਆ ਉਹ ਵਧਾ ਦਿੰਦੀ ਆ। ਔਰ ਕਈ ਵਾਰ ਆਰਟੀਫਿਸ਼ੀਅਲ ਜਿਹੜੀ ਹੈਗੀ ਆ ਉਹ ਹੋ ਜਾਂਦੀ ਆ ਮਹਿੰਗਾਈ, ਕਿ ਲੋਕ ਜਿਹੜੇ ਨੇ ਹੋਰਡਿੰਗਸ ਕਰ ਲੈਂਦੇ ਨੇ ਪ੍ਰੋਫਿਟ ਦੇ ਲਈ, ਤਾਂ ਆਰਟੀਫਿਸ਼ੀਅਲ ਜਿਹੜੀ ਮਹਿੰਗਾਈ ਆ ਉਹ ਕ੍ਰੀਏਟ ਕੀਤੀ ਜਾਂਦੀ ਆ। ਔਰ ਇਹ ਉਹਨਾਂ ਚੀਜ਼ਾਂ ਤੇ ਹੁੰਦੀਆਂ ਜਿਹੜੀਆਂ ਸਟੋਰ ਕੀਤੀਆਂ ਜਾ ਸਕਦੀਆਂ ਨੇ। ਦੋ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ, ਇੱਕ ਪੈਰੀਸ਼ੇਬਲ, ਇੱਕ ਡਿਊਰੇਬਲ। ਪੈਰੀਸ਼ੇਬਲ ਜਿਹੜੀ ਸਵੇਰੇ ਲਿਆਂਦੀ ਮਾਰਕੀਟ, ਸ਼ਾਮ ਤੱਕ ਖਰਾਬ ਹੋ ਜਾਣੀ ਆ, ਉਹਨੂੰ ਤਾਂ ਸਟਾਕ ਨਹੀਂ ਕੀਤਾ ਜਾ ਸਕਦਾ। ਜਿਹਦਾ ਸਟਾਕ ਕੀਤਾ ਜਾ ਸਕਦਾ ਉਹਦੀ ਸ਼ਾਰਟੇਜ ਕ੍ਰੀਏਟ ਕਰ ਲਈ ਜਾਂਦੀ ਆ। ਉਹ ਵੀ ਇੱਕ ਇਨਫਲੇਸ਼ਨ ਦਾ ਜਿਹੜਾ ਹੈਗਾ ਕਾਰਨ ਬਣ ਜਾਂਦਾ ਹੈਗਾ। ਇਹ ਹੈਗੇ ਨੇ ਮੋਟੇ ਤੌਰ ਦੇ ਉੱਤੇ ਇਨਫਲੇਸ਼ਨ ਦੇ ਕਾਰਨ। ਆਪਾਂ ਇਹਨਾਂ ਤੇ ਜ਼ਿਆਦਾ ਫੋਕਸ ਨਹੀਂ ਕਰਨਾ, ਕਿਉਂਕਿ ਆਪਣਾ ਪੁਆਇੰਟ ਆ ਵੀ ਆਪਾਂ ਇਹਦੇ ਵਿੱਚ ਕਿਵੇਂ ਸਰਵਾਈਵ ਕਰਨਾ। ਹੁਣ ਜੇ ਇਨਫਲੇਸ਼ਨ ਨੂੰ ਤੁਸੀਂ ਦੇਖਣਾ ਹੋਵੇ ਕਿ ਇਨਫਲੇਸ਼ਨ ਜਿਹੜਾ ਕਿ ਇਹ 4 ਕੈਟੇਗਰੀਜ਼ ਦਾ ਹੁੰਦਾ, 4 ਟਾਈਪਸ ਦਾ। ਇਹਦੇ ਵਿੱਚ ਪਹਿਲੀ ਕੈਟੇਗਰੀ ਹੁੰਦੀ, ਅਸੀਂ ਉਹਨੂੰ ਕਹਿ ਦਿੰਦੇ ਹਾਂ ਕ੍ਰੀਪਿੰਗ, ਦੂਸਰੀ ਹੁੰਦੀ ਹੈ ਵਾਕਿੰਗ, ਤੀਸਰੀ ਹੁੰਦੀ ਹੈ ਰਨਿੰਗ, ਉਸ ਤੋਂ ਅੱਗੇ ਗੈਲਪਿੰਗ, ਔਰ ਉਹਨੂੰ ਹਾਈਪਰ ਇਨਫਲੇਸ਼ਨ ਕਹਿ ਦਿੰਦੇ ਆ। ਜਿਹੜਾ ਆਪਣਾ ਆ ਜਾਂਦਾ ਹੈਗਾ ਕ੍ਰੀਪਿੰਗ, ਕ੍ਰੀਪਿੰਗ ਇਨਫਲੇਸ਼ਨ ਜਿਹੜਾ ਅਸੀਂ ਉਹਨੂੰ ਕਹਿ ਦਿੰਦੇ ਆ ਵੀ ਜੇਕਰ ਅਪਰੋਕਸੀਮੇਟਲੀ 2 to 3% ਪ੍ਰਾਈਸਿਸ ਰਾਈਜ਼ ਕਰ ਰਹੀਆਂ ਨੇ, ਉਹ ਕ੍ਰੀਪਿੰਗ ਇਨਫਲੇਸ਼ਨ ਔਰ ਮਾਈਲਡ ਆ, ਔਰ ਇਹ ਹੋਣਾ ਵੀ ਚਾਹੀਦਾ। ਜੇ ਇੰਨਾ ਕਿ ਇਨਫਲੇਸ਼ਨ ਨਾ ਹੋਵੇ ਤੇ ਪੈਸਿਮਿਸਟਿਕ, ਨਿਰਾਸ਼ਾਵਾਦੀ ਸੋਚ ਆ ਜਾਂਦੀ ਹੈ ਬਿਜ਼ਨਸ ਦੇ ਵਿੱਚ, ਕਿਉਂਕਿ ਬਿਜ਼ਨਸਮੈਨ ਚਾਹੁੰਦਾ ਕਿ ਮੇਰੀ ਇਨਕਮ ਇਨਕਰੀਜ਼ ਹੋਵੇ, ਤਾਂ ਥੋੜਾ ਜਿਹਾ ਵਾਧਾ ਇਕਨੋਮਿਕਸ ਦੇ ਪੁਆਇੰਟ ਆਫ ਵਿਊ ਤੋਂ ਹੋਣਾ ਜ਼ਰੂਰੀ ਆ। ਕਿ 2-3% ਜੇ ਰਾਈਜ਼ ਕਰ ਰਹੀਆਂ ਨੇ ਤਾਂ ਕੋਈ ਡਰਨ ਵਾਲੀ ਗੱਲ ਨਹੀਂ, ਜੋਸ਼ ਬਣਿਆ ਰਹਿੰਦਾ, ਇੰਸਪੀਰੇਸ਼ਨ ਬਣੀ ਰਹਿੰਦੀ ਹੈ, ਇਨਕਰੇਜ ਹੁੰਦੇ ਨੇ ਲੋਕ। ਉਸ ਤੋਂ ਅੱਗੇ ਆ ਜਾਂਦਾ ਵਾਕਿੰਗ। ਵਾਕਿੰਗ ਦੇ ਵਿੱਚ ਅਸੀਂ ਤੁਸੀਂ ਕਹਿ ਸਕਦੇ ਹੋ ਜੇ 3.4% to 4% ਇਨਕਰੀਜ਼ ਹੋ ਰਹੀ ਹੈ ਤਾਂ ਵਾਕਿੰਗ ਦਾ। ਰਨਿੰਗ ਹੁੰਦਾ ਜੇ 10% ਇਨਕਰੀਜ਼ ਹੋ ਰਹੀਆਂ ਪ੍ਰਾਈਸਸ ਦੀ ਪਰ ਐਨਮ, ਪਰ ਈਅਰ 10%, ਉਹਨੂੰ ਅਸੀਂ ਕਹਿੰਦੇ ਰਨਿੰਗ। ਰਨਿੰਗ ਤੋਂ ਫਿਰ ਹਾਈਪਰ ਇਨਫਲੇਸ਼ਨ ਹੁੰਦਾ ਜਦੋਂ 100% ਰਾਈਜ਼ ਹੋਣ ਲੱਗ ਜਾਣ। ਗੈਲਪਿੰਗ, ਜਿਵੇਂ ਘੋੜਾ ਛੜੱਪੇ ਮਾਰਦਾ ਨਾ, ਗੈਲਪਸ, ਉਹ ਕਹਿੰਦਾ ਵੀ ਜਦੋਂ ਛੜੱਪੇ ਮਾਰ ਰਹੀ ਹੈਗੀ ਮਹਿੰਗਾਈ, ਤਾਂ ਅਸੀਂ ਉਸ ਨੂੰ ਕਹਿ ਦਿੰਦੇ ਹਾਂ ਹਾਈਪਰ ਇਨਫਲੇਸ਼ਨ, ਜਿਹੜਾ ਕਿ ਬਹੁਤ ਡੇਂਜਰਸ ਹੁੰਦਾ। ਰਨਿੰਗ ਵੀ ਡੇਂਜਰਸ ਹੁੰਦਾ ਕਿਉਂਕਿ ਰਨਿੰਗ ਕਨਵਰਟ ਹੋ ਜਾਂਦਾ ਹਾਈਪਰ ਇਨਫਲੇਸ਼ਨ ਦੇ ਵਿੱਚ। ਇਹ ਇਸ 4 ਕੈਟੇਗਰੀਜ਼ ਦੇ ਵਿੱਚ ਅਸੀਂ ਇਹਨੂੰ ਇਨਫਲੇਸ਼ਨ ਨੂੰ ਵੰਡ ਦਿੰਦੇ ਹੈਗੇ ਆ।
ਹੁਣ ਆਪਾਂ ਜਿਹੜਾ ਸਾਡਾ ਮੇਨ ਪੁਆਇੰਟ ਆ, ਕਿਉਂਕਿ ਆਪਾਂ ਗੱਲ ਕਰ ਲਈ ਕਿ ਇਨਫਲੇਸ਼ਨ ਜਿਹੜਾ ਉਹ 7.7% ਯੂਐਸ, ਔਰ ਲੱਕੀਲੀ ਜਾਂ ਬਾਈ ਚਾਂਸ ਦੇਖੋ ਕਿ ਇੰਡੀਆ ਦੀ ਵੀ ਇਨਫਲੇਸ਼ਨ ਦੀ ਜਿਹੜੀ ਇਸ ਟਾਈਮ ਰੇਟ ਆਫ ਇਨਫਲੇਸ਼ਨ ਆ ਅਪਰੋਕਸੀਮੇਟਲੀ 7.7 ਹੀ ਆ ਚੱਲ ਰਿਹਾ ਤਕਰੀਬਨ। ਡਾਟਾ ਚੇਂਜ ਹੁੰਦਾ ਰਹਿੰਦਾ, ਆਪਣੇ ਗੱਲ ਕਰਦੇ ਕਰਦੇ ਉਸ ਦਾ ਡਾਟਾ ਚੇਂਜ ਹੋ ਗਿਆ ਹੋਵੇ ਥੋੜਾ ਬਹੁਤ, ਤੇ ਪਰ ਅਪਰੋਕਸੀਮੇਟਲੀ ਆਪਾਂ ਹੁਣ ਬਰਾਬਰ ਹੀ ਚੱਲ ਰਹੇ ਆ ਇਨਫਲੇਸ਼ਨ ਦੇ ਵਿੱਚ। ਪਰ ਜਿਹੜੀ ਮੈਂ ਗੱਲ ਮੇਨ ਕਹੀ ਆ ਕਿ ਜੇ ਤੁਸੀਂ ਲਗਜ਼ਰੀ ਚੀਜ਼ਾਂ ਲੈ ਰਹੇ ਹੋ ਤਾਂ ਤੁਹਾਡੇ ਲਈ ਰੇਟ ਆਫ ਇਨਫਲੇਸ਼ਨ ਮੋਰ ਦੈਨ 7 ਪੁਆਇੰਟ ਹੈਗਾ। ਤੇ ਆਪਣਾ ਜਿਹੜਾ ਪੁਆਇੰਟ ਹੈਗਾ ਕਿ ਹੁਣ ਇਨਫਲੇਸ਼ਨ ਦੇ ਵਿੱਚ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਹਾਂ। ਇਨਫਲੇਸ਼ਨ ਨੂੰ ਕੰਟਰੋਲ ਕਰਨ ਦੀਆਂ ਦੋ ਪਾਲਿਸੀਜ਼ ਨੇ। ਇੱਕ ਤਾਂ ਹੈਗੀ ਗਵਰਨਮੈਂਟ ਦੇ ਹੈਂਡ ਦੇ ਵਿੱਚ, ਜਿਹੜੀ ਸਾਡੇ ਹੱਥ ਚੋਂ ਬਾਹਰ ਆ, ਸਰਕਾਰ ਦੇ ਹੱਥ 'ਚ ਆ, ਕਿਉਂਕਿ ਸਰਕਾਰ ਨੇ ਕ੍ਰੈਡਿਟ ਕੰਟਰੋਲ ਕਰਨਾ ਆਪਣਾ, ਬੈਂਕਸ ਨੇ ਕ੍ਰੈਡਿਟ ਕੰਟਰੋਲ ਕਰਨਾ, ਪਾਲਿਸੀਜ਼ ਬਣਾਉਣੀਆਂ ਨੇ, ਟੈਕਸ ਪਾਲਿਸੀਜ਼ ਬਣਾਉਣੀਆਂ ਨੇ, ਉਹ ਸਾਡੇ ਹੱਥ ਵਿੱਚ ਨਹੀਂ ਹੈ। ਦੂਜੀ ਚੀਜ਼ ਹੈ ਸਾਡੇ ਆਪਣੇ ਕੰਟਰੋਲ ਦੇ ਵਿੱਚ ਕਿ ਅਸੀਂ ਕਿਵੇਂ ਕਰ ਸਕਦੇ ਹਾਂ। ਤਾਂ ਸਾਡੇ ਕੋਲ ਜਿਹੜੇ ਕੰਟਰੋਲ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਨੇ। ਇੱਕ ਤਾਂ ਕੰਟਰੋਲ ਹੁੰਦਾ ਕਿ ਹੁਣ ਪ੍ਰੈਜ਼ੈਂਟ ਦੇ ਵਿੱਚ ਸਿਚੁਏਸ਼ਨ ਜਿਹੜੀ ਆ ਸਾਡੇ ਤੇ ਪੈ ਗਈ ਆ, ਹੁਣ ਕੀ ਕਰ ਸਕਦੇ ਹਾਂ, ਸ਼ਾਰਟ ਟਰਮ ਪਾਲਿਸੀ। ਇੱਕ ਹੁੰਦਾ ਕਿ ਲੌਂਗ ਰਨ ਦੇ ਵਿੱਚ ਆਪਣੇ ਆਪ ਨੂੰ ਪ੍ਰਪੇਅਰ ਰੱਖਣਾ ਕਿ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਮਹਿੰਗਾਈ ਵੱਧਦੀ ਆ ਤਾਂ ਮੈਂ ਆਪਣੇ ਪਰਿਵਾਰ ਨੂੰ, ਆਪਣੇ ਬਜਟ ਨੂੰ ਕਿਵੇਂ ਬੈਲੈਂਸ ਕਰ ਸਕਦਾ ਹੈਗਾ, ਕਿਵੇਂ ਮੇਨਟੇਨ ਕਰ ਸਕਦਾ। ਹੁਣ ਆਪਾਂ ਇਸ ਨੂੰ ਦੋਨੋਂ ਐਂਗਲਸ ਤੋਂ ਲਵਾਂਗੇ। ਇੱਕ ਤਾਂ ਸਾਡੀ ਫਿਊਚਰ ਪਲੈਨਿੰਗ, ਇੱਕ ਜਿਹੜੀ ਔਨ ਦੀ ਸਪੌਟ, ਕਿਉਂਕਿ ਜਿਹੜੀ ਫਿਊਚਰ ਪਲੈਨਿੰਗ ਆ ਉਹ ਆਉਣ ਵਾਲੇ 6 ਮਹੀਨੇ ਜਾਂ ਸਾਲ ਜਾਂ ਆਉਣ ਵਾਲੇ 10 ਸਾਲਾਂ ਦੀ ਪਲੈਨਿੰਗ ਆ, ਜਿਹੜੀ ਤੁਸੀਂ ਅੱਜ ਆਪਣੇ ਆਪ ਨੂੰ ਪ੍ਰਪੇਅਰ ਕਰ ਸਕਦੇ ਹੋ ਕਿ ਕੱਲ ਨੂੰ ਜੇ ਮਹਿੰਗਾਈ ਵੱਧਦੀ ਆ ਤਾਂ ਮੈਂ ਕਿਵੇਂ ਉਸ ਸਿਚੁਏਸ਼ਨ ਨੂੰ ਫੇਸ ਕਰੂੰਗਾ, ਜਾਂ ਮੇਰੀ ਇਨਕਮ ਘਟ ਜਾਂਦੀ ਆ ਤਾਂ ਮੈਂ ਕਿਵੇਂ ਉਸ ਚੀਜ਼ ਨੂੰ ਫੇਸ ਕਰੂੰਗਾ। ਦੂਸਰੀ ਹੈ ਕਿ ਹੁਣ ਮੈਂ ਆਪਣੇ ਹੱਥ 'ਚ ਕੁਛ ਨਹੀਂ ਹੈ ਕਿ ਲੌਂਗ ਰਨ ਪਾਲਿਸੀ ਅਸੀਂ ਨਹੀਂ ਬਣਾ ਸਕਦੇ। ਹੁਣ ਤਾਂ ਅਸੀਂ ਫੇਸ ਕਰ ਰਹੇ ਹਾਂ ਕਿ ਅੱਜ ਸਵੇਰ ਦਾ ਅਸੀਂ ਪਲਾਨ ਕਰ ਰਹੇ ਹਾਂ ਕਿ ਅੱਜ ਸ਼ਾਮ ਤੱਕ ਦਾ ਬਜਟ ਕਿਵੇਂ ਕਰਨਾ ਹੈ, ਇਸ ਮਹੀਨੇ ਦਾ ਜਾਂ ਇਸ ਵੀਕ ਦਾ ਬਜਟ ਜਿਹੜਾ ਉਹ ਕਿੱਦਾਂ ਮੇਨਟੇਨ ਕਰਨਾ ਹੈਗਾ। ਪਹਿਲਾਂ ਆਪਾਂ ਲੈਣੇ ਹੈਗੇ ਲੌਂਗ ਰਨ ਪਲਾਨਸ। ਮੇਰੀ ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ ਕਲੀਅਰ? ਹਾਂਜੀ, ਆਵਾਜ਼ ਤਾਂ ਆ ਰਹੀ ਕਲੀਅਰ। ਤੇ ਤੁਸੀਂ ਰੱਖੋ ਕੰਟੀਨਿਊ ਥੋੜਾ ਬਹੁਤ ਹੋਰ, ਤੇ ਆਪਾਂ ਫਿਰ ਗਾਂ ਉਦੋਂ ਬਾਅਦ ਨਹੀਂ ਮੈਂ ਗੱਲ ਕਰ ਰਿਹਾ, ਹਾਂਜੀ ਮੈਂ ਗੱਲ ਕਰ ਰਿਹਾ, ਮੈਂ ਨਾਲ ਚਾਹ ਵੀ, ਹਾਂਜੀ ਮੈਂ ਚਾਹ ਵੀ ਪੀਣੀ ਹੈਗੀ ਆ। ਤੇ ਚਾਹ ਤੁਸੀਂ ਰਹਿਣ ਦਿਓ, ਹੁਣ ਚਾਹ ਤੁਸੀਂ ਭੁੱਲ ਜਾਓ ਸਰ। ਅੱਛਾ ਠੀਕ ਹੈ ਜੀ, ਚਾਹ ਨਹੀਂ ਪੀਣੀ ਅੱਜ, ਤੁਸੀਂ ਗੱਲਾਂ ਹੀ ਕਰਨੀਆਂ। ਤਾਂ 5 ਮਿੰਟ ਉਦੋਂ ਬਾਅਦ ਫਿਰ ਜਿਮ ਭਾਈ ਦੱਸਣਗੇ ਤੇ ਫਿਰ ਡਾਕਟਰ ਗੁਰਚਰਨ ਸਿੰਘ ਦੱਸਣਗੇ ਉਦੋਂ ਬਾਅਦ ਚ। ਹਾਂਜੀ ਜਸਵੀਰ ਜੀ, ਚਾਹ ਜਿਹੜੀ ਉਹ ਨਾ ਨੈਸੈਸਿਟੀ ਆ, ਲਗਜ਼ਰੀ ਨਹੀਂ ਹੈ, ਇਸ ਕਰਕੇ ਇਨਫਲੇਸ਼ਨ ਤੋਂ ਬਾਹਰ ਆ ਤਾਂ। ਅੱਛਾ ਬਾਬਾ ਗੁਰਚਰਨ ਸਿੰਘ, ਤੁਸੀਂ ਕੁਝ ਦੱਸੋ ਇਹਦੇ ਬਾਰੇ, ਜਿਵੇਂ ਅੱਜ ਕੱਲ੍ਹ ਬਿਜ਼ਨਸ ਤੇ ਅਸਰ ਹੋ ਰਿਹਾ ਇਨਫਲੇਸ਼ਨ, ਇਹਦੇ ਬਾਰੇ ਤੁਸੀਂ ਵੀ ਥੋੜੀ ਸਲਾਹ ਦਿਓ। ਪ੍ਰੋਫੈਸਰ ਰਵੀ, ਥੈਂਕ ਯੂ ਤੁਹਾਡਾ, ਤੁਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ 1 ਮਿੰਟ ਵਾਸਤੇ। ਹਾਂਜੀ ਸਰ, ਗੁਰਚਰਨ ਸਿੰਘ ਜੀ। ਹਾਂਜੀ ਵੀ ਦੇਖੋ, ਜਿਹੜੀ ਯੂਐਸਐਸ ਇਨਫਲੇਸ਼ਨ ਹੈ ਉਹ ਇੰਨੀ ਇੱਥੇ ਲੰਬੀ ਚੌੜੀ ਨਹੀਂ ਹੈਗੀ। ਇੱਥੇ ਦੇ ਸਿਸਟਮ ਇੰਡੀਆ ਨਾਲੋਂ ਬਹੁਤ ਫਰਕ ਹੈਗੇ ਆ, ਤੇ ਸੋਰਸਿਸ ਵੀ ਬੜੇ ਹੁੰਦੇ ਆ ਇਹਨਾਂ ਦੇ, ਤੇ ਉਹਨੂੰ ਅਕੋਮੋਡੇਟ ਕਰਨਾ ਔਖਾ ਨਹੀਂ ਹੁੰਦਾ। ਗਵਰਨਮੈਂਟ ਵੀ ਬਹੁਤ ਸਪੋਰਟ ਕਰਦੀ ਹੈ, ਤੁਹਾਨੂੰ ਪਤਾ ਕਿਸ ਢੰਗ ਨਾਲ ਇੱਥੇ ਗਵਰਨਮੈਂਟ ਜਿਹੜਾ ਹੈ ਹਰ ਇੱਕ ਬੰਦੇ ਨੂੰ ਕਿੰਨੀਆਂ ਫੈਸਿਲਿਟੀਜ਼ ਦੇ ਰਹੀ ਹੈ, ਤੇ ਉਹ ਇਨਫਲੇਸ਼ਨ ਦੇ ਵਿੱਚ ਉਹਨੂੰ ਉਹ ਐਡਜਸਟ ਕਰ ਲੈਂਦੇ ਹੈ। ਦੂਸਰਾ ਜਿਹੜਾ ਸੇਵਿੰਗ ਵਾਲੇ ਸਿਸਟਮ ਜੀ ਦੱਸੇ ਨੇ ਨਾ, ਸੇਵਿੰਗ ਤੇ 50-30-20 ਵਾਲਾ ਸਿਸਟਮ ਹੈ, ਤੇ ਅਮਰੀਕਾ 'ਚ ਤਾਂ ਬਿਲਕੁਲ ਹੀ ਪੋਸੀਬਲ ਨਹੀਂ ਹੈਗਾ, ਨਾ ਲੋਕ ਕਰਦੇ ਹੈਗੇ ਆ। ਇੱਥੇ ਟੋਟਲੀ ਡਿਫਰੈਂਟ ਹੈ। ਸੇਵਿੰਗ ਵਾਲਾ ਤਾਂ ਵਰਕਾ ਇੱਥੇ ਦੇ ਲੋਕਾਂ ਨੂੰ ਪਤਾ ਹੀ ਨਹੀਂ ਸੇਵਿੰਗ ਦੇ ਸਪੈਲਿੰਗ ਕੀ ਹੁੰਦੇ ਆ। ਇੱਥੇ ਮੈਂ ਪ੍ਰੈਕਟੀਕਲ ਐਕਸਪੀਰੀਅੰਸ ਦੱਸਦਾ ਵੀ, ਫਰਾਈਡੇ ਨੂੰ ਮੈਂ ਸੈਲਰੀ ਦਿੰਦਾ ਸੀਗਾ ਇੰਪਲਾਈ ਨੂੰ, ਤੇ ਮੰਡੇ ਸਵੇਰੇ ਤੇ ਉਹਨਾਂ ਆ ਜਾਣਾ ਸਰ ਮੈਨੂੰ ਨਾ ਗੈਸ ਵਾਸਤੇ ਪੈਸੇ ਦੇ ਦਿਓ। ਆਹ ਹਾਲਤ ਹੈ ਸੇਵਿੰਗ ਵਰਕਰ ਨਹੀਂ ਹੈ। ਬਾਕੀ ਮੈਂ ਬੇਨਤੀ ਕਰਾਂਗਾ, ਇਹ ਮੈਂ ਪੁਆਇੰਟ ਕਾਫੀ ਸਾਰੇ ਨੋਟ ਕੀਤੇ ਹੈ, ਮੈਂ ਇਹਨਾਂ ਸਾਰੀ ਚੀਜ਼ਾਂ ਨੂੰ ਗੁਰਬਾਣੀ ਦੇ ਬਿਆਪ ਤੇ ਤੁਹਾਨੂੰ ਸ਼ੇਅਰ ਕਰਾਂਗਾ। ਮਤਲਬ ਉਹਨੂੰ ਇਹਨੂੰ ਗੁਰੂ ਨਾਨਕ ਸਾਹਿਬ ਨੇ ਕਿਵੇਂ ਹੈਂਡਲ ਕੀਤਾ, ਜਿਹੜੀ ਇਨਫਲੇਸ਼ਨ ਆਉਂਦੀ ਹੈ ਤੇ ਬਾਣੀ ਸਾਨੂੰ ਕੀ ਗਾਈਡ ਕਰਦੀ ਹੈ। ਮੈਂ ਇਸ ਬਾਰੇ ਤੁਹਾਡੇ ਨਾਲ ਕਦੀ ਸਮਾਂ ਪਾ ਕੇ ਆਪਾਂ ਉਹਨੂੰ ਹੋਰ ਡਿਟੇਲ ਨਾਲ ਗੱਲ ਕਰਾਂਗੇ। ਕਰਦੇ ਸੀਗੇ ਇਨਫਲੇਸ਼ਨ ਨੂੰ ਰੋਕਣ ਵਾਸਤੇ ਨਾ ਪਰਸਨਲੀ, ਇੱਕ ਤਾਂ ਜਿਹੜੀਆਂ ਟੈਕਨੀਕਸ ਨੇ ਨਾ, ਨਵੀਆਂ ਟੈਕਨੀਕ, ਉਹ ਅਡਾਪਟ ਕਰਨ ਨਾਲ ਕਈ ਵਾਰੀ ਸਾਡੀ ਸੇਵਿੰਗ ਜਿਹੜੀ ਆ ਵੱਧ ਜਾਂਦੀ ਹੈ, ਜਾਂ ਇਨਕਮ ਵੀ ਵੱਧ ਜਾਂਦੀ ਹੈ। ਕਿਸੇ ਢੰਗ ਨਾਲ ਪੈਸਾ ਅਸੀਂ ਉਹਨੂੰ ਕਿਤੇ ਹੋਰ ਯੂਜ਼ ਕਰ ਸਕਦੇ ਹਾਂ। ਪੁਰਾਣੀ ਟੈਕਨੀਕ ਵਰਤਣ ਨਾਲ ਕਈ ਵਾਰੀ ਉਹ ਪੈਸਾ ਜ਼ਿਆਦਾ ਖਰਚ ਹੁੰਦਾ ਹੈ, ਇਹ ਅਸੀਂ ਡਿਟੇਲ ਨਾਲ ਫਿਰ ਉਹਨੂੰ ਲੈ ਸਕਦੇ ਹਾਂ। ਤੇ ਦੂਸਰਾ, ਅਮਰੀਕਾ ਦੀ ਜਿਹੜੀ ਇਨਫਲੇਸ਼ਨ ਹੈ, ਉਹ ਇੱਥੇ ਜਿਹੜੇ ਨਾ ਗਵਰਨਮੈਂਟ ਵੱਲੋਂ ਲੋਕਾਂ ਨੂੰ ਪੈਸਾ ਫ੍ਰੀ ਬਹੁਤ ਮਿਲਦਾ ਹੈ, ਇਸ ਕਰਕੇ ਉਹ ਦੂਜੇ ਪਾਸੇ ਸੇਵਿੰਗ ਜਾਂ ਇੱਧਰ ਉੱਧਰ ਬਿਲਕੁਲ ਨਹੀਂ ਜਾਂਦੇ ਆ। ਫੂਡ ਸਟੈਂਪ ਹੀ ਲੈ ਲਓ, ਬੱਚਿਆਂ ਦੇ ਹਿਸਾਬ ਨਾਲ, ਮਤਲਬ ਇੱਕ ਬੱਚਾ ਇੰਨੀ ਫੂਡ ਸਟੈਂਪ ਹੈ, 8-10 ਬੱਚੇ ਕਰੀ ਜਾਂਦੇ ਆ ਸਿਰਫ ਫੂਡ ਸਟੈਂਪ ਲੈ। ਦੇਖੋ ਪ੍ਰੈਕਟੀਕਲ ਬਹੁਤ ਐਗਜ਼ਾਮਪਲ ਹੈਗੀਆਂ। ਮੈਂ ਬਿਜ਼ਨਸ ਵੀ ਕੀਤਾ, ਜੌਬ ਵੀ ਕੀਤੀ ਇੱਥੇ,
ਤਾਂ ਉਦੋਂ ਮੈਂ ਬੜੇ ਨੇੜੇ ਹੋ ਕੇ ਦੇਖਿਆ ਕਿ ਇੱਥੇ ਦੀ ਇਨਫਲੇਸ਼ਨ ਡਿਫਰੈਂਟ ਹੈ ਤੇ ਇੰਡੀਆ ਦੀ ਜਿਹੜੀ ਆ ਉਹ ਟੋਟਲੀ ਡਿਫਰੈਂਟ ਹੈ। ਪਰ ਫਿਰ ਵੀ ਮੈਂ ਡਿਟੇਲ ਨਾਲ ਇਹਨਾਂ ਪੁਆਇੰਟਾਂ ਨੂੰ ਸਾਰਿਆਂ ਨੂੰ ਨਾ ਫਿਰ ਕਦੀ ਤੁਹਾਡੇ ਨਾਲ ਹੋਰ ਸ਼ੇਅਰ ਕਰਾਂਗਾ। ਪਰ ਇੱਥੇ ਇੰਨਾ ਮੈਂ ਲਾਸਟ ਵਿੱਚ ਕਹਿਣਾ ਚਾਹੂੰਗਾ ਕਿ ਇਨਫਲੇਸ਼ਨ ਕਿੱਥੇ ਵੀ ਹੈ ਉਹਨੂੰ ਕੰਟਰੋਲ ਕਰਨ ਵਾਸਤੇ ਜੇ ਦੋ ਬੇਸਿਕ ਚੀਜ਼ਾਂ ਹੁੰਦੀਆਂ ਨਾ, ਡਿਮਾਂਡ ਐਂਡ ਸਪਲਾਈ ਤੇ ਇਨਕਮ ਐਂਡ ਐਕਸਪੈਂਸ ਜਿਹੜੇ ਹੈ, ਇਹ ਸਾਨੂੰ ਆਪ ਹੀ ਪਰਸਨਲ ਲੈਵਲ ਤੇ ਉਹਨੂੰ ਕਰਨਾ ਪੈਂਦਾ ਹੈ। ਲਗਜ਼ਰੀ ਘਟਾਉਣੀਆਂ ਪੈਂਦੀਆਂ ਨੇ ਤੇ ਜਿਹੜੀ ਡੇਲੀ ਨੀਡਸ ਤੇ ਉੱਤੇ ਜ਼ੋਰ ਲਾ ਕੇ ਤੇ ਫਿਰ ਉਹਨੂੰ ਅਸੀਂ ਕੰਟਰੋਲ ਕਰ ਸਕਦੇ ਹੈਗੇ ਆ, ਤਾਂ ਉਹਨੂੰ ਬੈਲੈਂਸ ਕਰ ਸਕਦੇ ਹਾਂ। ਥੈਂਕ ਯੂ। ਓਕੇ, ਹਾਂਜੀ, ਥੈਂਕ ਯੂ। ਤੇ ਆਪਣਾ ਹੁਣ ਜਿਮ ਭਾਜੀ ਤੁਸੀਂ ਦੱਸ ਰਹੇ ਸੀ ਵੀ ਆਪਣੇ ਕੁਛ ਅੱਜ ਕੱਲ ਆਪਣੇ ਇਕਨੋਮੀ ਕਰਕੇ ਥੋੜੇ ਬਹੁਤ ਕਈ ਸਟੋਰ ਵੀ ਬੰਦ ਹੋ ਰਹੇ ਆ, ਇੰਡੀਅਨ ਗਰੋਸਰੀਜ਼ ਦੇ ਸਟੋਰ ਇੱਕ ਦੋ ਬੰਦ ਹੋਏ, ਤੁਸੀਂ ਉਹ ਇਨਫੋਰਮੇਸ਼ਨ ਸ਼ੇਅਰ ਕਰੋ ਵੀ ਉਹਦਾ ਕਿਉਂ, ਕੀ ਖਿਆਲ ਆ ਉਹਦੇ ਬਾਰੇ ਚ? ਹਾਂਜੀ, ਨਾਟ ਜਸਟ ਇੰਡੀਅਨ ਸਟੋਰ, ਅਮਰੀਕਨ ਸਟੋਰ ਵੀ, ਤਰ੍ਹਾਂ ਦੇ ਬਿਜ਼ਨਸ ਹੈ ਨਾ। ਉਹਦਾ ਮੇਨ ਰੀਜ਼ਨ ਉਹੀ ਹੈਗਾ ਨਾ ਕਿ ਰੈਂਟ ਇੱਥੇ ਜਦੋਂ ਤੁਸੀਂ ਕੋਈ ਵੀ ਚੀਜ਼ ਰੈਂਟ ਕਰਦੇ ਹੈਗੇ ਆ ਨਾ, ਉਹ ਬਹੁਤ ਜ਼ਿਆਦਾ ਹੁੰਦਾ ਹੈਗਾ ਆ। ਜਿੱਦਾਂ ਹੁਣ ਤੁਹਾਨੂੰ ਵੀ ਪਤਾ ਹੀ ਆ, ਸੈਂਟਰ ਸਿਟੀ ਦੇ ਵਿੱਚ ਘੱਟੋ ਘੱਟ ਜਿਹੜੀ ਕਿ ਬਹੁਤ ਵਾਵਾ ਕਰਕੇ ਹੈਗੀ ਹੈ ਨਾ, ਉਹਨਾਂ ਨੇ ਦੇਖੋ ਕਿੰਨੇ 7-8 ਸਟੋਰ ਉਹਨਾਂ ਨੂੰ ਬੰਦ ਕਰਨੇ ਪੈ ਗਏ, ਠੀਕ ਹੈ ਨੀ। ਜੇ ਉਹ ਨਹੀਂ ਅਫੋਰਡ ਕਰ ਸਕਦੇ ਹੈਗੇ, ਜਿਨ੍ਹਾਂ ਕੋਲ ਆਈ ਮੀਨ ਅਨਲਿਮਿਟਡ ਮਨੀ ਹੋਣ ਦੇ ਬਾਵਜੂਦ ਵੀ ਉਹ ਸ਼ਟ ਡਾਊਨ ਕਰਨੇ ਪੈਂਦੇ ਆ, ਕਿਉਂਕਿ ਇਹਨਾਂ ਦੇ ਬਹੁਤ ਸਾਰੇ ਰੀਜ਼ਨ ਨੇ ਨਾ। ਗੱਲ ਤਾਂ ਉੱਥੇ ਇੰਦੀ ਦਾ, ਈਵਨ ਦੋ ਸਾਨੂੰ ਨਾ ਉਹ ਬਹੁਤ ਸਾਰੀਆਂ ਫੈਸਿਲਿਟੀਆਂ ਗਵਰਨਮੈਂਟ ਦਿੰਦੀ ਵੀ ਹੈਗੀ ਆ, ਬਟ ਇਟ ਇਜ਼ ਨਾਟ ਇਨਫ। ਉਹਨੂੰ ਅਸੀਂ ਹੈ ਨਾ, ਉਹ ਸਾਨੂੰ ਜਦੋਂ ਕੋਈ ਏਦਾਂ ਕੋਈ ਵੀ ਚੀਜ਼ ਮਿਲਦੀ ਹੈਗੀ ਨਾ ਫ੍ਰੀ ਦੀ, ਉਹ ਅਸੀਂ ਇਹਨਾਂ ਦੇ ਫ੍ਰੀ ਦੀ ਲੈ ਕੇ ਫ੍ਰੀ 'ਚ ਖਰਚ ਦਿੰਦੇ ਆ। ਉਹ ਜਿਹੜੇ ਰਵੀ ਭਾਈ ਉਹਨਾਂ ਦੇ ਜਿਹੜੇ ਪੁਆਇੰਟਸ ਨੇ, ਕੱਲੇ ਟੈਕਨੀਕਸ ਜਿਨ੍ਹਾਂ ਨੇ ਇਹਨਾਂ ਨੇ ਸਾਰਾ ਕੁਝ ਦੱਸਿਆ ਨਾ, ਆਈ ਮੀਨ ਅਸੀਂ ਇਹਨਾਂ ਨੂੰ ਮਤਲਬ ਕਿ ਡੀਟੇਲ ਦੇ ਵਿੱਚ ਸੋਚੀਏ ਤਾਂ ਇਹ ਐਕਚੁਅਲੀ ਦੇ ਡੂ ਵਰਕ ਹੀਅਰ ਐਂਡ ਦੇਅਰ ਐਨੀਵੇਅਰ। ਕਿਤੇ ਵੀ ਸਭ ਤੋਂ ਵੱਡੀ ਗੱਲ ਹੈਗੀ ਹੈ ਨਾ, ਆਪਣੀ ਬਜਟ ਪਹਿਲਾਂ ਬਣਾਓ, ਬਜਟ ਦੇ ਹਿਸਾਬ ਦੇ ਨਾਲ ਆਪਾਂ ਨੂੰ ਜ਼ਰੂਰ ਸੋਚੋ। ਜਿੱਦਾਂ ਇਹਨਾਂ ਨੇ ਕ੍ਰੈਡਿਟ ਕਾਰਡ ਦੀ ਵੀ ਗੱਲ ਕੀਤੀ ਹੈਗੀ ਆ, ਆਫ ਕੋਰਸ ਇੱਥੇ ਜਿਹੜੇ ਗੋਰੇ ਲੋਕ ਨੇ ਉਹ ਇਹੀ ਕਰਦੇ ਨੇ ਨਾ, ਉਹਨਾਂ ਕੋਲ ਹੁਣ ਕ੍ਰਿਸਮਸ ਆ ਰਹੀ ਹੈ, ਆਖਰੀ ਗੱਲ ਇਹ ਕਰਦੇ ਹੈਗੇ ਨਾ, ਉਹਨਾਂ ਨੇ ਇੰਨੀ ਮਤਲਬ ਕਿ ਸ਼ਾਪਿੰਗ ਕਰਨੀ ਹੈਗੀ ਆ। ਇਹ ਕ੍ਰਿਸਮਸ ਦੇ ਵਿੱਚ ਹਰ ਇੱਕ ਨੂੰ ਗਿਫਟ ਦਿੰਦੇ ਹੈਗੇ ਨੇ। ਉਹਨਾਂ ਨੇ ਇਹ ਨਹੀਂ ਦੇਖਣਾ ਸਾਡੀ ਬਜਟ ਕੀ ਹੈਗੀ ਆ। ਉਹਨਾਂ ਨੇ ਇਸ ਕ੍ਰਿਸਮਸ ਲਾਈਕ ਰਾਈਟ ਨਾਓ ਸ਼ਾਪਿੰਗ ਚੱਲ ਰਹੀ ਹੈ ਨਾ, ਬਸ ਕ੍ਰੈਡਿਟ ਕਾਰਡ। ਜਦੋਂ ਕ੍ਰਿਸਮਸ ਈਵ ਦੇ ਉੱਪਰ ਸਾਰਿਆਂ ਨੂੰ ਗਿਫਟਾਂ ਘਰਾਂ 'ਚ ਪਹੁੰਚ ਜਾਂਦੀਆਂ ਨੇ, ਉਹ ਤੋਂ ਬਾਅਦ ਤੁਹਾਨੂੰ ਵੀ ਜਸਵੀਰ ਭਾਜੀ ਪਤਾ ਹੀ ਹੈ, ਮੋਗਾ ਭਾਜੀ, ਕਿ ਘੱਟੋ ਘੱਟ ਉਹ ਤੋਂ ਬਾਅਦ 4-5 ਮਹੀਨੇ ਲੱਗ ਜਾਂਦੇ ਆ ਉਹਨਾਂ ਨੂੰ ਉਹ ਕ੍ਰੈਡਿਟ ਕਾਰਡ ਦੀਆਂ ਕਿਸ਼ਤਾਂ ਤਾਰਦੇ, ਤੇ ਉਹਦੇ ਤੇ ਫਿਰ ਇੰਟਰਸਟ ਪੈਣ ਲੱਗ ਪੈਂਦਾ। ਯੂ ਨੋ ਇਟਸ ਲਾਈਕ ਟੂ ਮੈਨੇਜ ਯੋਰਸੈਲਫ। ਉਹ ਓਲਡ ਵੇ ਜਿੱਦਾਂ ਭਾਜੀ ਉਹਨਾਂ ਨੇ ਕਿਹਾ ਆ ਵੀ, ਅਗਰ ਅਸੀਂ ਉਹਨੂੰ ਯੂਜ਼ ਕਰਾਂਗੇ ਨਾ, ਉਹ ਵੀ ਬੈਟਰ ਆਫ, ਅਸੀਂ ਆਪਣੇ ਆਪ ਨੂੰ ਬੈਟਰ ਮੈਨੇਜ ਕਰ ਸਕਾਂਗੇ। ਦੈਟਸ ਆਲ, ਥੈਂਕ ਯੂ। ਓਕੇ। ਨਹੀਂ ਪ੍ਰੋਫੈਸਰ ਰਵੀ, ਬਹੁਤ ਥੈਂਕ ਯੂ। ਤੁਸੀਂ ਬਹੁਤ ਸਾਨੂੰ ਡੀਪਲੀ ਐਕਸਪਲੇਨ ਕੀਤਾ ਵੀ ਇਨਫਲੇਸ਼ਨ ਦਾ ਕਿਵੇਂ ਅਸਰ ਹੋ ਰਿਹਾ, ਤੇ ਉਸ ਤੋਂ ਬਾਅਦ ਟਾਂਡੀ ਭਾਜੀ ਨੇ ਵੀ ਸਮਝਾਇਆ, ਤੇ ਪ੍ਰੋਫੈਸਰ ਗੁਰਚਰਨ ਸਿੰਘ ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ, ਤੇ ਜਿਮ ਭਾਜੀ ਤੁਹਾਡਾ ਵੀ ਥੈਂਕ ਯੂ। ਤੇ ਸਾਰੇ ਇਦਾਂ ਹੀ ਆਪਾਂ ਫਿਰ ਨੈਕਸਟ 15 ਦਿਨਾਂ ਨੂੰ ਫਿਰ ਕੋਈ ਟੌਪਿਕ ਤੇ ਆਪਾਂ ਗੱਲ ਕਰਾਂਗੇ। ਤੇ ਅਗੇਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕਸ ਐਵਰੀਵਨ ਫॉर ਜੁਆਇਨਿੰਗ। ਥੈਂਕ ਯੂ ਜੀ। ਓਕੇ।